ਅੱਜ ਦਾ ਵਾਕਿਆ ਨਹਾਇਤ ਹੀ ਅਹਿਮ ਔਰ ਸ਼ਾਨਦਾਰ ਕੁਰਾਨੀ ਵਾਕਿਆ ਹੈ। ਇਸ ਵਾक़ੇ ਦੀ ਵਜ੍ਹਾ ਤੋਂ ਕੁਰਾਨ ਮਜੀਦ ਦੀ ਇਸ ਸੂਰਤ ਦਾ ਨਾਂ ਸੂਰਾ ਬਕਰਾ ਯਾਨੀ ਗਾय ਵਾਲੀ ਸੂਰਤ ਰੱਖਾ ਗਿਆ। ਵਾਕਿਆ ਕੁਝ ਇਸ ਤਰ੍ਹਾਂ ਹੈ ਕਿ ਬਨੀ ਇਸਰਾਈਲ ਦੇ ਵਿੱਚ ਇੱਕ ਬਹੁਤ ਹੀ ਨੇਕ ਔਰ ਸਾਲੇਹ ਬਜ਼ੁਰਗ ਰਹਿੰਦੇ ਹੈ। ਉਹਨਾਂ ਦਾ ਇੱਕ ਬੱਚਾ ਹਾਂ ਜਿਹੜਾ ਜੇ ਨਾਬਾਲਿਗ ਹਾਂ। ਉਹਨਾਂ ਦੇ ਕੋਲ ਫਕਤ ਇੱਕ ਗਾਂ ਦੀ ਵੱਛੀ ਆਈ। ਉਸ ਬਜ਼ੁਰਗ ਨੇ ਆਪਣੀ ਵਫਾਤ ਦੇ ਕਰੀਬ ਉਸ ਵੱਛੀ ਨੂੰ ਜੰਗਲ ਵਿੱਚ ਲਿਜਾ ਕੇ ਇੱਕ ਝਾੜੀ ਦੇ ਕੋਲ ਇਹ ਕਹਿ ਕੇ ਛੱਡ ਦਿੱਤਾ ਕਿ ਯਾ ਅੱਲਾ, ਮੈਂ ਇਸ ਵੱਛੀ ਨੂੰ ਤੇਰੀ ਅਮਾਨਤ ਦੇ ਵਿੱਚ ਦੇਣਾ ਉਦੋਂ ਤੱਕ ਕਿ ਜਦੋਂ ਤੱਕ ਮੇਰਾ ਬੱਚਾ ਬਾਲਿਗ ਨਹੀਂ ਹੋ ਜਾਂਦਾ। ਕੁਛ ਦਿਨਾਂ ਤੋਂ ਬਾਅਦ ਉਸ ਬਜ਼ੁਰਗ ਦਾ ਵਿਸਾਲ ਹੋ ਗਿਆ, ਵਫਾਤ ਹੋ ਗਈ। ਉਸਦਾ ਬੱਚਾ ਜਦੋਂ ਜਵਾਨ ਹੋ ਗਿਆ ਤਾਂ ਬੱਚਾ ਬੜਾ ਨੇਕੋਕਾਰ ਹਾਂ। ਉਸਨੇ ਆਪਣੀ ਰਾਤ ਨੂੰ 3 ਹਿੱਸਿਆਂ 'ਚ ਤਕਸੀਮ ਕੀਤਾ ਹੋਇਆ। ਇੱਕ ਹਿੱਸਾ ਉਹ ਸੌਂਦਾ ਹਾਂ, ਇੱਕ ਹਿੱਸਾ ਇਬਾਦਤ ਕਰਦਾ ਹਾਂ ਔਰ ਇੱਕ ਹਿੱਸਾ ਆਪਣੀ ਮਾਂ ਦੀ ਖਿਦਮਤ ਕਰਦਾ। ਦਿਨ ਨੂੰ ਜੰਗਲ ਵਿੱਚ ਚਲਾ ਜਾਂਦਾ, ਲੱਕੜੀਆਂ ਕੱਟ ਕੇ ਲਿਆਂਦਾ, ਬਾਜ਼ਾਰ ਲਿਜਾ ਕੇ ਉਹਨਾਂ ਨੂੰ ਫਰੋਖਤ ਕਰਦਾ। ਉਹਨਾਂ ਨੂੰ ਵੇਚ ਕੇ ਤੇ ਉਹਨਾਂ ਦੇ ਬਦਲੇ ਜੋ ਰਕਮ ਮਿਲਦੀ ਉਸ ਦੇ ਵੀ ਉਹ ਫਿਰ ਅੱਗੋਂ 3 ਹਿੱਸੇ ਕਰਦਾ। ਇੱਕ ਹਿੱਸਾ ਆਪਣੇ ਵਾਸਤੇ ਰੱਖ ਲੈਂਦਾ, ਇੱਕ ਹਿੱਸਾ ਆਪਣੀ ਵਾਲਦਾ ਨੂੰ ਦੇ ਦਿੰਦਾ ਔਰ ਇੱਕ ਹਿੱਸਾ ਉੱਥੋਂ ਦੇ ਗਰੀਬਾਂ ਔਰ ਮਸਕੀਨਾਂ ਦੇ ਵਿੱਚ ਉਹ ਵੰਡ ਦਿੰਦਾ। ਇੱਕ ਦਿਨ ਉਸਦੀ ਵਾਲਦਾ ਨੇ ਉਸਨੂੰ ਬੁਲਾਇਆ, ਆਖਣ ਲੱਗੀ ਕਿ ਬੇਟਾ, ਤੇਰੇ ਵਾਲਿਦ ਨੇ ਆਪਣੀ ਵਫਾਤ ਤੋਂ ਪਹਿਲੇ ਇੱਕ ਵੱਛੀ ਜੰਗਲ ਦੇ ਵਿੱਚ ਫਲਾਂ ਦਰਖਤ ਦੇ ਕੋਲ ਅੱਲਾਹ ਤਾਲਾ ਦੇ ਸਪੁਰਦ ਕਰਕੇ ਛੱਡੀ ਆਈ। ਤੂੰ ਕੱਲ ਜੰਗਲ ਵਿੱਚ ਜਾ, ਉਸ ਦਰਖਤ ਦੇ ਕੋਲ ਜਾ ਕੇ ਆਵਾਜ਼ ਦੇ ਕਿ ਐ ਇਬਰਾਹੀਮ, ਇਸਮਾਈਲ ਔਰ ਇਸਹਾਕ ਦੇ ਰੱਬ, ਮੇਰੀ ਉਹ ਗਾਂ ਜਾਂ ਵੱਛੀ ਜੋ ਮੇਰਾ ਵਾਲਿਦ ਤੇਰੀ ਅਮਾਨਤ ਦੇ ਵਿੱਚ ਸੌਂਪ ਕੇ ਗਿਆ ਹਾਂ ਉਹ ਮੈਨੂੰ ਵਾਪਸ ਕਰ ਦੇ। ਉਸਨੇ ਆਖਿਆ ਠੀਕ ਹੈ, ਲੇਕਿਨ ਪੁੱਛਣ ਲੱਗਾ ਕਿ ਮਾਂ, ਕਿ ਅਗਰ ਉਹ ਗਾਂ ਮੈਨੂੰ ਮਿਲ ਗਈ ਤਾਂ ਮੈਂ ਉਸਨੂੰ ਪਹਿਚਾਨਾਂਗਾ ਕਿਵੇਂ? ਤਾਂ ਉਸਦੀ ਮਾਂ ਨੇ ਆਖਿਆ ਕਿ ਉਸਦੀ ਪਹਿਚਾਨ ਬੜੀ ਆਸਾਨ ਹੈ ਕਿ ਪੀਲੇ ਰੰਗ ਦੀ ਹੈ ਔਰ ਖੂਬਸੂਰਤ ਇਤਨੀ ਜ਼ਿਆਦਾ ਹੈ ਕਿ ਤੈਨੂੰ ਮਾਲੂਮ ਹੋ ਸੀ ਕਿ ਉਸਦੀ ਖਲ ਦੇ ਵਿੱਚੋਂ ਸੂਰਜ ਦੀਆਂ ਕਿਰਨਾਂ ਨਿਕਲਦੀਆਂ ਪਈਆਂ। ਇਹ ਨੌਜਵਾਨ ਸੁਬਹ ਜੰਗਲ ਵਿੱਚ ਗਿਆ, ਉਸ ਦਰਖਤ ਦੇ ਕੋਲ ਜਾ ਕੇ ਇਸਨੇ ਉਸੇ ਤਰ੍ਹਾਂ ਆਵਾਜ਼ ਦਿੱਤੀ। ਇੱਕ ਖੂਬਸੂਰਤ ਔਰ ਜਵਾਨ ਗਾਂ ਇਸ ਦੇ ਸਾਹਮਣੇ ਆ ਕੇ ਖੜੀ ਹੋ ਗਈ। ਇਸਨੇ ਉਸਨੂੰ ਪਕੜ ਕੇ ਘਰ ਲੈ ਆਇਆ। ਵਾਲਿਦਾ ਨੇ ਹੁਕਮ ਦਿੱਤਾ ਕਿ ਇਸ ਨੂੰ ਬਾਜ਼ਾਰ ਲੈ ਜਾ ਔਰ 3 ਦਿਨਾਰ ਦੇ ਵਿੱਚ ਇਸ ਨੂੰ ਫਰੋਖਤ ਕਰ ਦੇ ਔਰ ਯਾਦ ਰੱਖੀ ਕਿ ਇਸ ਨੂੰ ਵੇਚਣ ਤੋਂ ਪਹਿਲੇ ਮੇਰੇ ਨਾਲ ਮਸ਼ਵਰਾ ਕਰ ਲਵੀਂ। ਇਹ ਨੌਜਵਾਨ ਉਸ ਗਾਂ ਨੂੰ ਬਾਜ਼ਾਰ ਲੈ ਗਿਆ। ਬਾਜ਼ਾਰ ਲੈ ਜਾ ਕੇ ਇਸਨੇ ਜਦੋਂ ਐਲਾਨ ਕੀਤਾ ਤਾਂ ਇਸ ਦੇ ਕੋਲ ਇੱਕ ਫਰਿਸ਼ਤਾ ਆਇਆ ਇਨਸਾਨੀ ਸ਼ਕਲ ਦੇ ਵਿੱਚ, ਗਾਹਕ ਬਣ ਕੇ, ਵਪਾਰੀ ਬਣ ਕੇ। ਉਸਨੇ ਪੁੱਛਾ ਗਾਂ ਵੇਚਣੀ ਹੈ? ਆਖਣ ਲੱਗਾ ਜੀ ਵੇਚਣੀ ਹੈ। ਕਿੰਨੇ ਦੀ ਵੇਚਣੀ ਹੈ? 3 ਦਿਨਾਰ ਦੀ ਵੇਚਣੀ ਹੈ। ਉਹਨੇ ਆਖਿਆ ਜੀ ਮੈਂ ਤੈਨੂੰ 3 ਦਿਨਾਰ ਤੋਂ ਜ਼ਿਆਦਾ ਰਕਮ ਦੇਣਾ। ਉਸਨੇ ਆਖਿਆ ਮੈਂ ਆਪਣੀ ਮਾਂ ਨਾਲ ਮਸ਼ਵਰਾ ਕਰ ਲਵਾਂ। ਤਾਂ ਉਸ ਵਪਾਰੀ ਨੇ, ਉਸ ਫਰਿਸ਼ਤੇ ਨੇ ਜੋ ਵਪਾਰੀ ਦੇ ਰੂਪ ਵਿੱਚ ਆਇਆ ਖਲੋਤਾ ਹਾਂ, ਉਸਨੇ ਆਖਿਆ ਕਿ ਆਪਣੀ ਮਾਂ ਨਾਲ ਮਸ਼ਵਰਾ ਨਹੀਂ ਕਰਨਾ, ਮਾਂ ਕੋਲ ਨਹੀਂ ਪੁੱਛਣਾ। ਉਸਨੇ ਆਖਿਆ ਕਿ ਨਹੀਂ, ਉਸ ਤੋਂ ਪੁੱਛਿਆ ਬਗੈਰ ਮੈਂ ਸੌਦਾ ਨਹੀਂ ਕਰਨਾ। ਤਾਂ ਇਹ ਵਾਪਸ ਆਇਆ ਆਪਣੀ ਵਾਲਦਾ ਦੇ ਕੋਲ ਔਰ ਆਖਣ ਲੱਗਾ ਕਿ ਇਸ ਤਰ੍ਹਾਂ ਇੱਕ ਵਪਾਰੀ ਹੈ, ਜ਼ਿਆਦਾ ਕੀਮਤ ਦਿੰਦਾ ਹੈ 3 ਦਿਨਾਰ ਤੋਂ। ਤਾਂ ਉਸਦੀ ਵਾਲਦਾ ਸਮਝ ਗਈ। ਉਸਨੇ ਆਖਣ ਲੱਗੀ ਕਿ ਹੋ ਸਕਦਾ ਹੈ ਕਿ ਉਹ ਫਰਿਸ਼ਤਾ ਹੋਵੇ, ਤੂੰ ਜਾ ਔਰ ਉਸਦੇ ਕੋਲੋਂ ਪੁੱਛ ਕਿ ਅਸੀਂ ਇਸ ਗਾਂ ਨੂੰ ਵੇਚੀਏ ਜਾਂ ਨਾ ਵੇਚੀਏ, ਅਗਰ ਵੇਚੀਏ ਤਾਂ ਕਿਤਨੀ ਕੀਮਤ ਵਿੱਚ ਵੇਚੀਏ। ਇਹ ਨੌਜਵਾਨ ਆਇਆ, ਉਹ ਗਾਹਕ ਉਸੇ ਤਰ੍ਹਾਂ ਖਲੋਤਾ ਹਾਂ। ਇਸ ਨੇ ਆ ਕੇ ਉਸ ਦੇ ਨਾਲ ਮਸ਼ਵਰਾ ਕੀਤਾ, ਉਸ ਦੇ ਕੋਲੋਂ ਪੁੱਛਾ
तो आखन लगा कि बेटे इसनूं अजे ना वेच। एक वक्त आ सी कि हज़रत मूसा अलैहिस्सलाम दी कौम दे बंदे तेरे कोल आ सन, इसकी कीमत अदा करते, इतनी कीमत अदा करते कि तेरी सोच तो ज़्यादा हो सी। जदों वो हज़रत मूसा अलैहिस्सलाम दे बंदे आन तो उन्हां दे कोलों इतना सोना लेना है कि जितना इसकी खल दे विच, इसकी चमड़ी दे विच पूरा आवे, इसकी खल भर के सोना लेना है। उधर कुछ दिनों तो बाद बनी इसराइल दे विच एक बहुत ही मालदार शख्स हा जिसका नाम किताबां दे विच आमील आया है। उसके चाचे दे बेटियां ने उसनूं कतल कर दिता, उसके माल दे लालच विच उसनूं कतल करके उसकी लाश नूं एक वीराने दे विच सट दिता और सुबह कातलों की तलाश शुरू कर दी। बड़ा तलाश किया लेकिन कातिल नहीं मिलते पे, क्योंकि खुद कातिल तलाश करते फिरते हैं। ये मामला जदों हज़रत सैयदना मूसा अला नबीय्यिना अलैहिस्सलाम दे कोल पहुंचा तो हज़रत सैयदना मूसा अला नबीय्यिना अलैहिस्सलाम ने फरमाया कि तुसीं एवें करो, एक गां ज़िबा करो, उसकी जुबान दी या दुम दी हड्डी मकतूल नूं मारो, मकतूल जिंदा हो जासी और खुद तुहानूं दस देसी कि उसनूं किसने कतल किया है। इन्होंने सवाल किया है, नबी अल्लाह गां के जी होवे, उसका रंग के जी होवे, उसकी उम्र कितनी होवे। इन्होंने इतने ज़्यादा सवाल किए कि हज़रत सैयदना मूसा अला नबीय्यिना अलैहिस्सलाम ने अल्लाह तबारक व तआला दी तरफों इन्हां भेजा कि जिहड़ी गां उस नौजवान दे कोल आई, वो गां नूं तलाश करदे करदे उस नौजवान दे कोल आ गए। उसदी उन्होंने जदों गां नूं वेखा तो उहदे विच सारियां क्वालिटियां, सारे आर आए कि जिहड़े हज़रत सैयदना मूसा अला नबीय्यिना अलैहिस्सलाम ने उन्होंने दस्से आए। इस नौजवान दे कोलों उन्होंने गां की कीमत पूछी। इस नौजवान का उन्होंने नाल सौदा तय होया और उन्होंने इस गां नूं ज़िबा किया और इसका चमड़ा और खल भर के इसकी कीमत उस नौजवान नूं सोना उन्होंने अदा किया। गां ज़िबा हो गई। ज़िबा करन तो बाद उन्होंने दुम दी या जुबान की हड्डी ले जाके उस मकतूल नूं मारी। मकतूल उठ के बह गया। उसके कोल पूछा कि तेरा कातिल कौन है, तो उसने दसा कि मेरे कातिल ये मेरे चचाजाद हैं। तो उन्होंने दोवां लड़कियां नूं कसास दे विच बदले दे विच कतल किया गया और वो मकतूल जो पहले ही कतल हो चुका हा वो भी फौत हो गया और इस नौजवान नूं इतनी ज़्यादा मालो दौलत मिला, इतनी कीमत उसकी हासिल हो गई कि जिहड़ी आवन वाली नस्लों तक इनू वाफर हो गई। कुरान करीम दे इस वाक़े तो बहुत ही इबरत अंगेज़ और नसीहत अंगेज़ अहकाम कुछ मालूम होंदे जिहड़े याद रखन दे काबिल हैं। नंबर 1 कि खुदा दे नेक बंदियां दे छड्डे हुए माल दे विच बड़ी खैरो बरकत होंदी है कि जिस तरह उस मर्द साले ने सिर्फ एक वच्ची छड्डी, फौत होने लग्या, मगर अल्लाह ताला ने उस दे विच इतनी बरकत अता फरमाई कि उन्हां दे वारसां नूं उस एक वच्छी दे जरिए बेशुमार दौलत मिल गई। नंबर 2 उस मर्द साहले ने अपनी औलाद ते शफकत करदे होया वच्छी नूं अल्लाह दी अमानत विच सौंप दिता। तो इस तो मालूम होया कि औलाद ते शफकत रखना, औलाद वास्ते कुछ माल छड़ के जाना, ये अल्लाह वालियां दा तरीका है। नंबर 3 माँ बाप की फरमा बरदारी और खिदमत गुजारी करने वालियां नूं खुदावंद करीम गैब तू बेशुमार रिज़क अता करदा है। तो लड़का अपनी माँ का फरमा बरदार हा तो अल्लाह तबारक व तआला ने किस कदर साहिब माल और खुशहाल उसनूं बना दिता। नंबर 4 अल्लाह ताला दे अहकाम दे विच बहस नहीं करनी चाहिए, शरीयत दे अहकाम दे विच बहस नहीं करनी चाहिए कि बनी इसराइल नूं एक गां ज़िबा करन दा हुक्म दिता गया, वो कोई भी गां ज़िबा कर देंदे, हुक्म पूरा हो जाता, लेकिन उन्होंने सवाल करने शुरू कर दिते कि गां किस तरह की होवे, गां की उम्र कितनी होवे, गां का रंग के जिहा होवे। उसकी वजह कदा जदों उन्होंने पूछी, सवाल ते सवाल किए तो फिर वो मुश्किल नूं पै गए और फिर उस मखसूस गां तक उन्होंने पहुँचाया गया कि जिसकी कीमत तारीख के अंदर इतनी ज़्यादा महंगी गां ना विकी है, ना क़यामत तक कोई गां विकनी है। नंबर 5
ਜਿਹੜਾ ਬੰਦਾ ਆਪਣਾ ਮਾਲ ਅੱਲਾਹ ਤਾਲਾ ਦੀ ਅਮਾਨਤ ਵਿੱਚ ਸੌਂਪ ਦਿੰਦਾ ਹੈ, ਅੱਲਾਹ ਤਬਾਰਕ व ਤਾਲਾ ਉਸ ਦੀ ਹਿਫਾਜ਼ਤ ਕਰਦਾ ਹੈ ਔਰ ਉਸ ਦੇ ਵਿੱਚ ਬੇਹਿਸਾਬੋ ਕਿਤਾਬ ਬਰਕਤ ਪਾ ਦਿੰਦਾ ਹੈ। ਨੰਬਰ 6, ਜਿਹੜਾ ਆਪਣੇ ਅਹਿਲੋ ਯਾਲ ਨੂੰ ਅੱਲਾਹ ਤਾਲਾ ਦੇ ਸਪੁਰਦ ਫਰਮਾ ਦੇਵੇ ਤਾਂ ਅੱਲਾਹ ਤਾਲਾ ਉਸ ਦੇ ਅਹਿਲੋ ਯਾਲ ਦੀ ਐਸੀ ਪਰਵਰਿਸ਼ ਫਰਮਾਉਂਦਾ ਹੈ ਕਿ ਜਿਹੜਾ ਕੋਈ ਬੰਦਾ ਸੋਚ ਵੀ ਨਹੀਂ ਸਕਦਾ। नंबर 7, अमीर उल-मोमिनीन हज़रत अली रदी अल्लाह तआला अन्हु आपने फरमाया कि जेड़ा बंदा पीले रंग दे चमड़े दा जुत्ता पावेगा वो हमेशा खुश रहेगा और उसनू गम बहुत घट होणगे। अल्लाह ताला ने पीली गां वास्ते फरमाया तसुर्रुन नाज़रीन कि वो वेखण वालियां नू खुश कर देंदी है। नंबर 7, इस तो मालूम होया कि कुर्बानी दा जानवर जिस कदर ज़्यादा बेऐब और खूबसूरत और कीमती होवे उस कदर ज़्यादा बेहतर है। अज दी नशिस्त विच बस इतना ही। अल्लाह तबारक व ताला अमल दी तौफीक अता फरमाए। इंशाअल्लाह कल दा वाक़या हज़रत हज़कील अलैहिस्सलाम दा और बड़ा दिलचस्प और बड़ा मुनफरद और बहुत कमाल वाक़या है। इंशाअल्लाह कल दी नशिस्त विच इस टाइम ज़रूर कोशिश करे आवन दी और अपने दोस्तों नूं लियांदा करो।